ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਅੱਜ ਗੱਲ ਸੰਘਰਸ਼ ਦੀ, ਸਬਰ ਦੀ ਤੇ ਫਤਿਹ ਦੀ। ਜੀ ਹਾਂ, 1 ਸਾਲ 15 ਦਿਨ ਇਹ ਉਹ ਸਮਾਂ ਰਿਹਾ ਜਦੋਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਕਿਸਾਨ ਡਟੇ ਰਹੇ ਆਪਣੀਆਂ ਮੰਗਾਂ ਨੂੰ ਲੈ ਕੇ, ਜੋ ਭਾਰਤ ਦੇ ਇਤਿਹਾਸ ਦੇ ਵਿੱਚ ਸੁਨਹਿਰੇ ਅੱਖਰਾਂ ਦੇ ਨਾਲ ਲਿਖਿਆ ਜਾਵੇਗਾ। ਦਿੱਲੀ ਦੀ ਸਰਹੱਦਾਂ ਤੇ ਡਟੇ ਕਿਸਾਨਾਂ ਨੇ ਜਿਸ ਤਰ੍ਹਾਂ ਸਬਰ ਅਤੇ ਸੰਤੋਖ ਦੇ ਨਾਲ ਆਪਣੇ ਹੱਕਾਂ ਦੀ ਲੜਾਈ ਲੜੀ, ਉਹ ਦੁਨੀਆ ਦੇ ਵਿੱਚ ਇੱਕ ਮਿਸਾਲ ਵੀ ਬਣ ਗਈ ਹੈ। ਅੰਦੋਲਨ ਨੂੰ ਨਾ ਸਿਰਫ ਲੜਿਆ ਬਲਕਿ ਉਸ ਮੰਗ ਨੂੰ ਵੀ ਪੂਰਾ ਕਰਵਾਇਆ ਜਿਸ ਮੰਗ ਨੂੰ ਲੈ ਕੇ ਇਹ ਅੰਦੋਲਨ ਕਿਸਾਨਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀ। 1 ਸਾਲ 15 ਦਿਨ ਬਾਅਦ ਕਿਸਾਨਾਂ ਦਾ ਹੋਇਆ ਹਿਸਾਬ। ਸਰਕਾਰ ਨੇ ਮੰਨੀਆਂ ਮੰਗਾਂ। किसानों की हुई बड़ी जित। आज एक बड़ी जीत लेके जा रहे हैं, एक अहंकारी डिक्टेटरशिप सरकार को झुका के हम यहाँ से जा रहे हैं। हवा दे विच लहराए जित दे झंडे। दिल्ली दियां सरहदां ते जशन। ढोल दे डगे ते नचदे किसान। अंदोलन चों निकलिया तीजा पंजाब। एके दा सुनेहा दिंदे किसान। एक मोदी ने बढ़िया काम कर दिया, जो हम एक कर दे, जो कि बरादरी के बीच हिंदू मुस्लिम सिख के बीच पाड़ा पुआ रखा था, उस वजह से हम एक हो चुके हैं, सब एक ही रहेंगे। और अब हमारी जीत है जो 90% हुई है। यादां नूं समेट रहे अंदोलनकारी। एनेटो का एक ऐतिहासिक मकान बनाया जाएगा जिसके ऊपर लिखा जाएगा दिल्ली की ईंटें और मोर्चे की ईंटें। उसका पक्का मकान बनाया जाएगा, वहाँ जाकर यादगार बनाएंगे एक पक्की। इसलिए हम लेकर जा रहे हैं सारी बात। यानी कि सभी ईंटों पर लिखेंगे दिल्ली जीत की निशानी। हाँ जी, पक्का जी, सभी लेकर जाएंगे। एक रोड़ा लेके जाएंगे, कुछ नहीं छोड़ कर जाएंगे। दुख सुख दे बानी बने तंबू। कच्चे घरां ने बनाए पक्के इरादे। चाले लई तैयार ने किसानां दे ट्रैक्टर। फतेह मार्च नूं तैयार ने किसान। ਤਾਂ 26 ਨਵੰਬਰ 2020 ਅਤੇ 9 ਦਸੰਬਰ 2021 ਇਹ ਉਹ ਦੋ ਤਰੀਕਾਂ ਨੇ ਜੋ ਨਾ ਸਿਰਫ ਕਿਸਾਨਾਂ ਦੇ ਬਲਕਿ ਹਰ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਛਪ ਚੁੱਕੀਆਂ ਨੇ। ਹਾਲਾਂਕਿ 19 ਨਵੰਬਰ ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ ਤਾਂ ਕਿਸਾਨਾਂ ਨੇ 90% ਲੜਾਈ ਜਿੱਤ ਲਈ ਸੀ। ਪਰ ਕਿਸਾਨ ਮੁਕੰਮਲ ਜਿੱਤ ਦੇ ਨਾਲ ਹੀ ਘਰ ਪਰਤਣਾ ਚਾਹੁੰਦੇ ਸਨ। ਇਸ ਲਈ ਜਦੋਂ ਕੇਂਦਰ ਸਰਕਾਰ ਨੇ MSP ਅਤੇ ਹੋਰ ਮੁੱਦਿਆਂ ਤੇ ਵੀ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣ ਦਾ ਲਿਖਤ ਭਰੋਸਾ ਦਿੱਤਾ ਤਾਂ ਕਿਸਾਨਾਂ ਨੇ ਫਤਿਹ ਮਾਰਚ ਦਾ ਐਲਾਨ ਕਰ ਦਿੱਤਾ। 378 ਦਿਨਾਂ ਦੇ ਸੰਘਰਸ਼ ਦੀ ਫਤਿਹ। ਸਿੰਘੂ ਬਾਰਡਰ ਤੇ ਜਸ਼ਨ ਦਾ ਮਾਹੌਲ। 11 ਦਸੰਬਰ ਨੂੰ ਹੋਵੇਗੀ ਘਰ ਵਾਪਸੀ। ਜੀ ਹਾਂ, 378 ਦਿਨਾਂ ਬਾਅਦ ਦਿੱਲੀ ਦੀ ਬਰੂਹਾਂ ਤੇ ਬੈਠੇ ਕਿਸਾਨਾਂ 'ਚ ਖੁਸ਼ੀ ਦਾ ਮਾਹੌਲ ਹੈ, ਕਿਉਂਕਿ ਹੁਣ ਕਿਸਾਨ ਸੰਘਰਸ਼ ਜਿੱਤ ਕੇ ਘਰ ਵਾਪਸੀ ਕਰਨ ਜਾ ਰਹੇ ਨੇ। 26 ਨਵੰਬਰ 2020 ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਕਿਸਾਨਾਂ ਦੇ ਸੰਘਰਸ਼ ਤੇ ਬੂਰ ਪਿਆ ਤੇ 11 ਦਸੰਬਰ 2021 ਨੂੰ ਸਾਰੇ ਦੇਸ਼ ਦੇ ਕਿਸਾਨ ਘਰ ਵਾਪਸੀ ਕਰਨਗੇ। परसों 11 तारीख को विजय दिवस मनाकर पूरे देश से यहां दिल्ली के सारे मोर्चे उठा लिए जाएंगे। संयुक्त किसान मोर्चे ने घर वापसी के नाल यह भी ऐलान किया है कि अंदोलन खत्म नहीं होया, मुलतवी किया गया। MSP लिए किसानों की लड़ाई जारी रहने की गल कर रहे हैं।
ਨਾਲੇ ਸੰਯੁਕਤ ਮੋਰਚੇ ਨੇ ਕਿਹਾ ਕਿ ਕਿਸਾਨ 11 ਦਸੰਬਰ 2021 ਨੂੰ ਦਿੱਲੀ ਦੀ ਬਰੂਹਾਂ ਤੋਂ ਘਰ ਵਾਪਸੀ ਕਰਨਗੇ। 13 ਦਸੰਬਰ 2021 ਨੂੰ ਦਰਬਾਰ ਸਾਹਿਬ ਨਤਮਸਤਕ ਹੋਣਗੇ। 15 ਦਸੰਬਰ 2021 ਨੂੰ ਪੰਜਾਬ ਦੇ ਧਰਨੇ ਖਤਮ ਕੀਤੇ ਜਾਣਗੇ। ਨਾਲੇ 15 ਜਨਵਰੀ 2022 संयुक्त किसान मोर्चे की बैठक होगी। तो आगे की रणनीति क्या होगी, इस पे 15 जनवरी को संयुक्त किसान मोर्चा की एक फिर मीटिंग होगी। 378 ਦਿਨਾਂ ਤੋਂ ਦਿੱਲੀ ਦੀਆਂ ਹੱਦਾਂ ਤੇ ਬੈਠੇ ਕਿਸਾਨਾਂ 'ਚ ਆਪਸੀ ਭਾਈਚਾਰਾ ਵੀ ਵੇਖਣ ਨੂੰ ਮਿਲਿਆ। ਹੁਣ ਵਾਪਸੀ ਲਈ ਲਗਾਏ ਤੰਬੂ ਪੱਟੇ ਜਾ ਰਹੇ ਨੇ। ਇਸ ਵੇਲੇ ਕਿਸਾਨ ਥੋੜੇ ਭਾਵੁਕ ਵੀ ਹੋ ਰਹੇ ਨੇ। घर जाके तो भूल नहीं पाएंगे हम इस जगह को, कम से कम साल तो हो गया है, तो इसको बुलाना बड़ा मुश्किल है घर जाकर। क्योंकि बनाने वक्त जुनून था एक कि जीत के जाएंगे, उतारते वक्त ये जुनून है कि जीत गए हैं। 19 ਨਵੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ 3 ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ, ਜਿਸ ਤੇ 29 ਨਵੰਬਰ ਨੂੰ ਸੰਸਦ 'ਚ ਕਾਨੂੰਨ ਰਿਪੀਲ ਵਾਲਾ ਬਿੱਲ ਲਿਆ ਕੇ ਵਾਪਸ ਕਰ ਲਏ ਗਏ ਨੇ। ਇਸ ਤੋਂ ਬਾਅਦ ਕਿਸਾਨਾਂ ਨੇ ਸਾਰੀਆਂ ਮੰਗਾਂ ਪੂਰੀਆਂ ਨਾ ਹੋਣ ਦੀ ਗੱਲ ਕਹੀ ਸੀ। ਕੇਂਦਰ ਨੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਨੇ, ਜਿਸ ਲਈ ਲਿਖਤੀ ਚਿੱਠੀ ਵੀ ਭੇਜੀ ਹੈ, ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਹੱਦਾਂ ਖਾਲੀ ਕਰਨ ਦਾ ਐਲਾਨ ਕੀਤਾ ਗਿਆ। ਸਿੰਘੂ ਤੋਂ ਰਵੀ ਮਿਸ਼ਰਾ ਤੇ ਨਿਤਨ ਅੰਤਲ, ਨਿਊਜ਼ 18 ਪੰਜਾਬ। ਕਿਸਾਨ ਆਗੂਆਂ ਦੇ ਵੱਲੋਂ ਮੋਰਚਾ ਫਤਿਹ ਕਰਨ ਦੇ ਐਲਾਨ ਤੋਂ ਬਾਅਦ ਹੁਣ ਦਿੱਲੀ ਦੀਆਂ ਸਰਹੱਦਾਂ ਤੇ ਵਸਿਆ ਤੀਜਾ ਪੰਜਾਬ ਆਪਣੇ ਘਰਾਂ ਨੂੰ ਚਾਲੇ ਪਾਉਣ ਦੇ ਲਈ ਤਿਆਰੀ ਖਿੱਚ ਰਿਹਾ ਹੈ। ਦੁੱਖ ਸੁੱਖ ਦੇ ਬਾਨੀ ਬਣੇ ਤੰਬੂ ਚੁੱਕੇ ਜਾ ਰਹੇ ਨੇ। ਕਿਸਾਨਾਂ ਦੇ ਜਿਨ੍ਹਾਂ ਕੱਚੇ ਘਰਾਂ ਦੇ ਵਿੱਚ ਪੱਕੇ ਇਰਾਦੇ ਬਣਾਏ ਗਏ ਸਨ, ਉਹਨਾਂ ਦੀਆਂ ਯਾਦਾਂ ਨੂੰ ਆਪਣੇ ਨਾਲ ਲੈ ਕੇ ਵੀ ਕਿਸਾਨ ਜਾ ਰਹੇ ਨੇ। ਹਕੂਮਤ ਨੂੰ ਸਖਤ ਸੁਨੇਹਾ ਦੇਣ ਦੀ ਕੋਸ਼ਿਸ਼ ਵੀ ਹੈ। ਇਹ 3 ਤਸਵੀਰਾਂ ਨੇ ਦਿੱਲੀ ਦੀਆਂ ਸਰਹੱਦਾਂ ਦੀਆਂ, ਜਿੱਥੇ ਕਿਸਾਨਾਂ ਨੇ ਨਾ ਸਿਰਫ ਆਪਣੇ ਹੱਕਾਂ ਦੀ ਲੜਾਈ ਲੜੀ, ਬਲਕਿ ਜਿੱਤ ਵੀ ਹਾਸਲ ਕੀਤੀ। 1 ਸਾਲ 15 ਦਿਨ ਤੱਕ ਚੱਲੇ ਸੰਘਰਸ਼ ਨੇ ਇਤਿਹਾਸ ਸਿਰਜ ਦਿੱਤਾ ਹੈ, ਪਰ ਕਿਸਾਨਾਂ ਦੀ ਇਹ ਲੜਾਈ ਆਸਾਨ ਨਹੀਂ ਸੀ। 26 ਨਵੰਬਰ 2020 ਨੂੰ ਜਦੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਸਨ ਤਾਂ ਤੈਅ ਹੋ ਗਿਆ ਸੀ ਕਿ ਲੜਾਈ ਲੰਬੀ ਹੋਵੇਗੀ। ਅੱਗੇ ਸਰਦੀ ਦੀ ਰੁੱਤ ਸੀ, ਚੁਣੌਤੀ ਵੱਡੀ ਸੀ। ਜਿੱਤ ਤੋਂ ਬਾਅਦ ਦੁੱਖ ਸੁੱਖ ਦੇ ਤੰਬੂ ਜੋ ਅੱਜ ਚੁੱਕੇ ਜਾ ਰਹੇ ਨੇ, ਇਹਨਾਂ ਨੇ ਹੀ ਇਸ ਵੇਲੇ ਸੰਘਰਸ਼ ਨੂੰ ਮਜ਼ਬੂਤੀ ਦੇਣ ਦੇ ਵਿੱਚ ਅਹਿਮ ਰੋਲ ਅਦਾ ਕੀਤਾ ਸੀ। ਇਹਨਾਂ ਤੰਬੂਆਂ ਨੇ ਹੀ ਕਿਸਾਨਾਂ ਨੂੰ ਮਾਨਸੂਨ ਤੋਂ ਬਚਾਇਆ। ਪੂਰੇ ਦੇਸ਼ ਤੋਂ ਆਏ ਤੰਬੂਆਂ ਵਿੱਚ ਬਿਤਾਏ ਸੰਘਰਸ਼ ਦੇ ਇੱਕ ਦਿਨ ਨੂੰ ਕਿਸਾਨ ਹਮੇਸ਼ਾ ਯਾਦ ਰੱਖਣਗੇ। ਤੰਬੂਆਂ ਦੇ ਨਾਲ ਇਹ ਪੱਕੇ ਘਰ ਜੋ ਹੁਣ ਢਾਏ ਜਾ ਰਹੇ ਨੇ, ਇਹਨਾਂ ਦੀ ਇੱਕ ਇੱਟ ਕਿਸਾਨੀ ਸੰਘਰਸ਼ ਦੀ ਗਵਾਹੀ ਭਰ ਰਹੀ ਹੈ। ਇਹਨਾਂ ਘਰਾਂ ਦੇ ਨਾਲ ਕਿਸਾਨਾਂ ਦੀਆਂ ਯਾਦਾਂ ਇਸ ਕਦਰ ਜੁੜ ਗਈਆਂ ਨੇ ਕਿ ਹੁਣ ਭਾਵੇਂ ਕਿਸਾਨਾਂ ਨੇ ਜਿੱਤ ਹਾਸਲ ਕਰ ਲਈ ਹੈ, ਪਰ ਘਰਾਂ ਨੂੰ ਢਾਉਣ ਦਾ ਉਹਨਾਂ ਨੂੰ ਮਲਾਲ ਜ਼ਰੂਰ ਹੈ। ਇਸੇ ਲਈ ਕਿਸਾਨਾਂ ਨੇ ਹਮੇਸ਼ਾ ਇਹਨਾਂ ਯਾਦਾਂ ਨੂੰ ਸੰਜੋ ਕੇ ਰੱਖਣ ਦੇ ਲਈ ਖਾਸ ਤਿਆਰੀ ਕੀਤੀ ਹੈ। ईंटों का एक ऐतिहासिक मकान बनाया जाएगा, जिसके ऊपर लिखा जाएगा दिल्ली की ईंटें और मोर्चे की ईंटें। उसका पक्का मकान बनाया जाएगा, वहाँ जाकर यादगार बनाएंगे एक पक्की। इसलिए हम लेकर जा रहे हैं सारी वापस। यानी कि सभी ईंटों पर लिखेंगे दिल्ली जीत की निशानी। हाँ जी, पक्का जी, सभी लेकर जाएंगे। एक रोड़ा लेके जाएंगे, कुछ नहीं छोड़ कर जाएंगे। ਸਿੰਘੂ ਟਿਕਰੀ ਤੇ ਗਾਜ਼ੀਪੁਰ ਸਰਹੱਦ ਤੇ ਖੜੇ ਇਹ ਟਰੈਕਟਰ ਅਤੇ ਟਰਾਲੀਆਂ ਵੀ ਹੁਣ ਵਾਪਸ ਜਾਣ ਦੀ ਤਿਆਰੀ ਕਰ ਰਹੀਆਂ ਨੇ। ਇਹਨਾਂ ਟਰੈਕਟਰਾਂ ਤੇ ਚੜ੍ਹ ਕੇ ਕਿਸਾਨਾਂ ਨੇ ਦਿੱਲੀ ਕੂਚ ਦੀ ਤਿਆਰੀ ਕੀਤੀ ਸੀ, ਪਰ ਜਦੋਂ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਨੂੰ ਰੋਕਿਆ ਗਿਆ ਤਾਂ ਇਹੀ ਟਰੈਕਟਰ ਟਰਾਲੀਆਂ ਕਿਸਾਨਾਂ ਦੇ ਸੰਘਰਸ਼ ਦਾ ਸਭ ਤੋਂ ਵੱਡਾ ਹਥਿਆਰ ਬਣੇ ਸਨ। ਹਰ ਮੌਸਮ ਦਾ ਸਾਹਮਣਾ ਕਰਦੇ ਹੋਏ ਕਿਸਾਨਾਂ ਨੇ ਇਸ ਨੂੰ ਆਪਣਾ ਘਰ ਬਣਾਇਆ ਸੀ। ਜਿਵੇਂ ਜਿਵੇਂ ਸੰਘਰਸ਼ ਅੱਗੇ ਵਧਿਆ, ਟਰਾਲੀਆਂ ਵਿੱਚ ਹੋਰ ਸੁਵਿਧਾਵਾਂ ਆਉਂਦੀਆਂ ਗਈਆਂ। ਸੰਘਰਸ਼ ਦੇ ਦੌਰਾਨ ਸਰਕਾਰ ਦੀ ਹਰ ਖਬਰ ਰੱਖਣ ਦੇ ਲਈ ਟੀਵੀ, ਇੰਟਰਨੈਟ, ਏਸੀ ਵਰਗੀਆਂ ਸਹੂਲਤਾਂ ਦਿੱਤੀਆਂ ਗਈਆਂ। ਜਦੋਂ ਵੀ ਜ਼ਰੂਰਤ ਹੁੰਦੀ, ਇੱਕ ਆਵਾਜ਼ ਦੇ ਨਾਲ ਕਿਸਾਨ ਇੱਕ ਦੂਜੇ ਦੀ ਮਦਦ ਦੇ ਲਈ ਹਾਜ਼ਰ ਹੋ ਜਾਂਦੇ। ਇੱਕੇ ਦਾ ਸੁਨੇਹਾ ਦੇਣ ਵਾਲੇ ਕਿਸਾਨ ਹੁਣ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ भी कर रहे हैं। बॉर्डर पर पिछले लंबे समय से आंदोलन कर रहे थे और उनकी घर वापसी हो रही है। एक तरफ का दृश्य मैं आपको दिखाता हूँ जहाँ किसान लगातार जो इन्होंने मोर्चे लगाए थे, रहने के लिए जगह बनाई थी, उनको खोलने का काम कर रहे हैं, हटाने का काम कर रहे हैं और ट्रैक्टर ट्रॉलियों में भी सामान को रखा गया है। दूसरी तरफ आप देखिए कि ट्रैक्टर में सामान रखा है और वो सामान लेकर जो किसान हैं वो जा रहे हैं। पंजाब हमारा बड़ा भाई है, हरियाणा छोटा भाई है, उसी तरह हमने साबित रखा ये, और भारत सब एक हो गया। एक मोदी ने बढ़िया काम कर दिया, जो हम एक कर दे, जो कि बरादरी के बीच, हिंदू मुस्लिम सिख के बीच पाड़ा पुआ रखा था, उस वजह से हम एक हो चुके हैं, सब एक ही रहेंगे। और अब हमारी जीत है जो 90% हुई है, 10% जीत और बाकी है हमारी।
ਸਿੰਘੂ ਸਰਹੱਦ ਅਤੇ ਟਿਕਰੀ ਦੇ ਨਾਲ ਗਾਜ਼ੀਪੁਰ ਸਰਹੱਦ ਤੇ ਵੀ ਕਿਸਾਨਾਂ ਨੇ ਚਾਲੇ ਪਾਉਣ ਦੀ ਪੂਰੀ ਤਿਆਰੀ ਕਰ ਲਈ ਹੈ। ਟੈਂਟ ਚੁੱਕੇ ਜਾ ਰਹੇ ਨੇ ਅਤੇ ਟਰੈਕਟਰਾਂ ਨੂੰ ਤਿਆਰ ਕੀਤਾ ਜਾ ਰਿਹਾ है। इस वक्त गाजीपुर बॉर्डर पर हैं, जहां पर किसानों ने 1 साल पहले ये पूरी बस्ती बसाई थी। अब किसानों के चेहरे पर खुशी अलग ही दिखाई देती है। घर वापसी के लिए तमाम किसान तैयारियां कर रहे हैं। ਲੰਬੇ ਸੰਘਰਸ਼ ਤੋਂ ਬਾਅਦ ਭਾਵੇਂ ਕਿਸਾਨ ਲੜਾਈ ਜਿੱਤ ਰਹੇ ਨੇ ਤੇ ਖੁਸ਼ ਨੇ ਅਤੇ ਘਰ ਜਾਣ ਨੂੰ ਤਿਆਰ ਨੇ, ਪਰ ਸਰਹੱਦਾਂ ਤੇ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਲੈ ਕੇ ਉਹ ਕਾਫੀ ਭਾਵੁਕ ਨਜ਼ਰ ਆ ਰਹੇ ਨੇ ਅਤੇ ਨਾਲ ਹੀ ਚੇਤਾਵਨੀ ਵੀ ਦੇ ਰਹੇ ਨੇ ਕਿ ਐਮਐਸਪੀ ਤੇ ਹੋਰ ਮੁੱਦਿਆਂ ਦਾ ਹੱਲ ਵੀ ਸਰਕਾਰ ਨੂੰ ਕੱਢਣਾ ਹੋਵੇਗਾ। इसमें तो आ गया है, सरकार ने 11 बार वास्ता किया था। अगर सरकार ये पहले ही अगर ये मान लेती हमारी किसी भी मांग को, पहले कम थी, क्योंकि अब इतने दिन हो गए 200-380 दिन होने वाले हैं, तो इतने हमारे किसान शहीद हो गए। कोई बच्चे देख रहे, कोई बुजुर्ग यहाँ थे, अब सब खुशी से अपने घरों में जाएंगे, अपना फसल देखेंगे, अपनी खेती देखेंगे, अपना काम करेंगे। सब मजबूरी में ये कदम उठाना पड़ा है क्योंकि चुनाव आ रहा है, और मैं बताना चाहता हूँ ये आंदोलन केवल 2-3 मिनट में ले लीजिए एक टेलर है। कल इस देश का किसान और मजदूर, सैनिक और सिपाही पूंजीपतियों से सत्ता हासिल करेंगे। ਦਿੱਲੀ ਦੀਆਂ ਸਰਹੱਦਾਂ ਤੇ ਲੱਗੇ ਇਹ ਤੰਬੂ ਉਤਾਰੇ ਜਾ ਰਹੇ ਨੇ, ਕੱਚੇ ਮਕਾਨ ਤੋੜੇ ਜਾ ਰਹੇ ਨੇ, ਪੱਕੇ ਮਕਾਨ ਤੋੜੇ ਜਾ ਰਹੇ ਨੇ, ਪਰ ਕਿਸਾਨੀ ਅੰਦੋਲਨ ਦੇ ਵਿੱਚ ਸ਼ਾਮਲ ਹਰ ਇੱਕ ਦੇ ਜ਼ਿਹਨ ਵਿੱਚ ਇਹ ਤਸਵੀਰਾਂ ਹਮੇਸ਼ਾ ਦੇ ਲਈ ਕੈਦ ਹੋ ਗਈਆਂ ਨੇ, ਜੋ ਹੌਸਲਾ ਦਿੰਦੀਆਂ ਰਹਿਣਗੀਆਂ ਡਟ ਕੇ ਖੜਨ ਦਾ। ਬਿਊਰੋ ਰਿਪੋਰਟ, ਨਿਊਜ਼ 18। ਇੱਕ ਪਾਸੇ ਕਿਸਾਨ ਫਤਿਹ ਮਾਰਚ ਦੇ ਰੂਪ ਦੇ ਵਿੱਚ ਘਰ ਪਰਤਣ ਦੀਆਂ ਤਿਆਰੀਆਂ ਕਰ ਰਹੇ ਨੇ, ਪਰ ਜਿੱਤ ਦੇ ਜਸ਼ਨ ਵੀ ਲਗਾਤਾਰ ਜਾਰੀ ਨੇ। ਮਠਿਆਈਆਂ ਵੰਡੀਆਂ ਜਾ ਰਹੀਆਂ ਨੇ, ਢੋਲ ਦੀ ਥਾਪ ਦੇ ਉੱਤੇ ਖੂਬ ਭੰਗੜੇ ਵੀ ਪੈ ਰਹੇ ਨੇ। ਇਹ ਜਸ਼ਨ ਹੈ ਜਿੱਤ ਦਾ, ਉਹ ਜਿੱਤ ਜਿਸ ਦੇ ਪਿੱਛੇ ਸੰਘਰਸ਼ ਦੀ ਲੰਬੀ ਕਹਾਣੀ ਹੈ। ਢੋਲ ਦੀ ਥਾਪ ਤੇ ਨੱਚਦੇ ਨੌਜਵਾਨ ਅਤੇ ਬਜ਼ੁਰਗ ਇਸ ਦਿਨ ਦਾ ਲੰਬੇ ਵਕਤ ਤੋਂ ਇੰਤਜ਼ਾਰ ਕਰ ਰਹੇ ਸਨ। ਇੱਕ ਮਹੀਨੇ 15 ਦਿਨ ਲੰਬੇ ਕਿਸਾਨੀ ਸੰਘਰਸ਼ ਤੋਂ ਬਾਅਦ ਜਿੱਤ ਨਸੀਬ ਹੋਈ ਹੈ। ਸੰਯੁਕਤ ਮੋਰਚੇ ਦੇ ਵਿੱਚ ਸ਼ਾਮਲ ਕਿਸਾਨ ਆਗੂ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਪਹੁੰਚੇ, ਜਿੱਥੇ ਉਹਨਾਂ ਗੁਰੂ ਦਾ ਸ਼ੁਕਰਾਨਾ ਕੀਤਾ, ਅਰਦਾਸ ਕੀਤੀ। ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕਿਸਾਨ ਆਗੂਆਂ ਦਾ ਸਰੂਪੇ ਦੇ ਕੇ ਸਨਮਾਨ ਕੀਤਾ ਗਿਆ। ਕਿਸਾਨਾਂ ਦੀ ਜਿੱਤ ਲਈ ਦਿੱਲੀ ਤੇ ਪੰਜਾਬ ਦੇ ਗੁਰੂ ਘਰਾਂ ਦੇ ਵਿੱਚ ਲਗਾਤਾਰ ਅਰਦਾਸ ਹੋ ਰਹੀ ਸੀ। ਦਿੱਲੀ ਤੋਂ ਨਿਤਨ ਅੰਤਿਲ, ਨਿਊਜ਼ 18। ਕਿਸਾਨੀ ਸੰਘਰਸ਼ ਦੇ ਦੌਰਾਨ ਪੰਜਾਬ, ਹਰਿਆਣਾ, ਰਾਜਸਥਾਨ ਤੇ ਯੂਪੀ ਦੇ ਟੋਲ ਪਲਾਜ਼ਾ ਦੇ ਉੱਤੇ ਵੀ ਕਿਸਾਨਾਂ ਨੇ ਡੇਰਾ ਲਗਾ ਕੇ ਰੱਖਿਆ। ਸੰਘਰਸ਼ ਖਤਮ ਹੋਣ ਤੋਂ ਬਾਅਦ ਟੋਲ ਪਲਾਜ਼ਾ ਨੂੰ ਮੁੜ ਤੋਂ ਹੁਣ ਸ਼ੁਰੂ ਕਰਨ ਦੀਆਂ ਤਿਆਰੀਆਂ ਵੀ ਹੋ ਚੁੱਕੀਆਂ ਨੇ। ਹੋ ਸਕਦਾ ਹੈ ਹੁਣ ਜਦੋਂ ਤੁਸੀਂ ਸਫ਼ਰ ਤੇ ਨਿਕਲੋ ਤੁਹਾਡੀ ਜੇਬ ਦੇ ਉੱਤੇ ਇਹ ਟੋਲ ਜ਼ਰੂਰ ਭਾਰੂ ਪੈਣ। ਕਿਸਾਨੀ ਅੰਦੋਲਨ ਦੇ ਦੌਰਾਨ ਪੰਜਾਬ, ਹਰਿਆਣਾ, ਰਾਜਸਥਾਨ ਤੇ ਯੂਪੀ ਦੇ ਟੋਲ ਪਲਾਜ਼ਾ ਸੰਘਰਸ਼ ਦਾ ਵੱਡਾ ਹਿੱਸਾ ਰਹੇ ਨੇ। ਕਿਸਾਨਾਂ ਨੇ ਟੋਲਾਂ ਤੇ ਪੱਕੇ ਧਰਨੇ ਲਾ ਦਿੱਤੇ ਸਨ, ਜਿਸ ਵਜ੍ਹਾ ਕਰਕੇ ਟੋਲ ਟੈਕਸ ਬੰਦ ਹੋ ਗਿਆ ਸੀ ਅਤੇ ਸਰਕਾਰ ਨੂੰ ਇਸ ਦਾ ਵੱਡਾ ਮਾਲੀ ਨੁਕਸਾਨ ਝੱਲਣਾ ਪਿਆ। ਹੁਣ ਕਿਸਾਨੀ ਅੰਦੋਲਨ ਖਤਮ ਹੋਣ ਤੋਂ ਬਾਅਦ 15 ਦਸੰਬਰ ਤੋਂ ਕਿਸਾਨ ਟੋਲ ਪਲਾਜ਼ਾ ਵੀ ਖਾਲੀ ਕਰ ਦੇਣਗੇ, ਜਿਸ ਤੋਂ ਬਾਅਦ ਮੁੜ ਤੋਂ ਸਰਕਾਰ ਟੋਲ ਸ਼ੁਰੂ ਕਰੇਗੀ। ਇਸ ਦੀ ਤਿਆਰੀ ਵੀ ਸ਼ੁਰੂ ਹੋ ਗਈ ਹੈ। ਫੈਸਲੇ ਤੋਂ ਬਾਅਦ ਗੱਡੀਆਂ ਤੇ ਸਫ਼ਰ ਕਰਨ ਵਾਲੇ ਨਿਰਾਸ਼ ਨੇ। ਮੁੜ ਤੋਂ ਟੋਲ ਸ਼ੁਰੂ ਹੋਣ ਤੋਂ ਬਾਅਦ ਰੋਜ਼ਾਨਾ ਸਫ਼ਰ ਕਰਨ ਵਾਲਿਆਂ ਨੂੰ 50 ਤੋਂ 700 ਰੁਪਏ ਤੱਕ ਦਾ ਟੋਲ ਦੇਣਾ ਪਵੇਗਾ, ਜਿਸ ਦਾ ਸਿੱਧਾ ਅਸਰ ਜੇਬ ਤੇ ਹੋਵੇਗਾ। ਲੋਕਾਂ ਦੀ ਜੇਬ ਤੇ ਅਸਰ ਤੇ ਪੈਣਾ ਵੀ ਆ। ਹੁਣ ਪੈਸੇ ਕੱਢਣ ਲੱਗਿਆ ਵੀ ਥੋੜੀ ਜੀ ਤਕਲੀਫ ਹੋਣੀ ਆ, ਕਿਉਂਕਿ ਜਿਹੜਾ ਬੰਦਾ ਕੰਮ ਛੱਡ ਚੁੱਕਿਆ ਹੁੰਦਾ ਵਾ ਤੇ ਦੁਬਾਰਾ ਜਿਹੜਾ ਕੰਮ ਸ਼ੁਰੂ ਕਰਨਾ ਫਿਰ ਤਕਲੀਫ ਹੁੰਦੀ ਆ। ਤੇ 14 ਮਹੀਨੇ ਲੋਕੀ ਬਹੁਤ ਸੁਖੀ ਸੀ, ਲੋਕ ਖੁਸ਼ ਵੀ ਸੀ ਵੀ ਇਹ ਟੋਲ ਪਲਾਜ਼ੇ ਸਾਡੇ ਗਲੋਂ ਲੱਥੇ ਆ। ਇਹ ਪੱਕੇ ਹੀ ਬੰਦ ਹੋਣੇ ਚਾਹੀਦੇ ਜੀ। ਬਿਲਕੁਲ ਆਬਵੀਅਸਲੀ ਪਏਗਾ, ਅਸਰ ਪਏਗਾ ਤੇ ਪੇ ਤੇ ਕਰਨਾ ਪਏਗਾ। ਹੁਣ ਸਾਰਿਆਂ ਨੂੰ ਰੈਗੂਲਰ ਹੋਣਾ ਪਏਗਾ ਜਿਵੇਂ ਪਹਿਲੇ ਗਏ ਸੀਗੇ। ਇਹੀ ਚੀਜ਼ ਹੈਗੀ ਹੈ। ਠੀਕ ਸਰ ਇਹਦੇ ਸਰਕਾਰਾਂ ਤੇ ਡਿਪੈਂਡ ਆ, ਟੂਲ ਪਲਾਜ਼ਾ ਬੰਦ ਕਰਦੇ ਆ ਕਿ ਨਹੀਂ ਕਰਦੇ, ਕਿਉਂਕਿ ਟੂਲ ਪਲਾਜ਼ਾ ਜੇ ਬੰਦ ਕਰਦੇ, ਜੇ ਚਾਲੂ ਕਰਦੇ ਤਾਂ ਅਸਰ ਪੈਣਾ, ਜੇ ਬੰਦ ਕਰਦੇ ਆ ਤਾਂ ਅਸਰ ਕਿਸ ਚੀਜ਼ ਦਾ ਨਹੀਂ ਹੁੰਦਾ, ਤੁਹਾਨੂੰ ਪਤਾ ਹੀ ਇਸ ਚੀਜ਼ ਦਾ।
ਰੋਪੜ ਦੇ ਟੋਲ ਪਲਾਜ਼ਾ ਦੀ ਮੁਰੰਮਤ ਸ਼ੁਰੂ ਹੋ ਗਈ ਹੈ। ਤਕਨੀਕੀ ਖਰਾਬੀਆਂ ਨੂੰ ਦਰੁਸਤ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ 15 ਦਸੰਬਰ ਤੋਂ ਉਹ ਟੋਲ ਖਾਲੀ ਕਰ ਦੇਣਗੇ ਅਤੇ ਅਧਿਕਾਰੀਆਂ ਨੂੰ ਸੌਂਪ ਦੇਣਗੇ, ਜਦਕਿ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਦੋਂ NHA ਤੋਂ ਹਰੀ ਝੰਡੀ ਮਿਲੇਗੀ ਤਾਂ ਟੋਲ ਪਲਾਜ਼ਾ ਸ਼ੁਰੂ ਕਰ ਦਿੱਤੇ ਜਾਣਗੇ। ਕਿਸਾਨ ਅੰਦੋਲਨ ਦੀ ਸਫਲਤਾ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਹੁਣ ਦਿੱਲੀ ਦੀ ਬਰੂਹਾਂ ਤੋਂ ਵਾਪਸ ਪੰਜਾਬ ਦੇ ਵੱਲ ਵੀ ਚਾਲੇ ਪਾ ਦਿੱਤੇ ਹਨ। ਸੰਯੁਕਤ ਕਿਸਾਨ ਮੋਰਚੇ ਨੇ ਜਿੱਥੇ ਕਿਸਾਨ ਅੰਦੋਲਨ ਨੂੰ ਸਮਾਪਤ ਕਰਨ ਦਾ ਐਲਾਨ ਕੀਤਾ ਹੈ, ਉੱਥੇ ਹੀ ਹੁਣ ਇਹ ਵੀ ਐਲਾਨ ਕਰ ਦਿੱਤਾ ਗਿਆ ਹੈ ਕਿ 15 ਦਸੰਬਰ ਤੋਂ ਪੰਜਾਬ ਭਰ ਦੇ ਟੋਲ ਪਲਾਜ਼ਾ ਤੋਂ ਵੀ ਧਰਨੇ ਸਮਾਪਤ ਕਰ ਦਿੱਤੇ ਜਾਣਗੇ। 15 ਨੂੰ ਅਸੀਂ ਇੱਥੋਂ ਆਪਣਾ ਜਿਹੜਾ ਤਾਮਝਾਮ ਲਾਇਆ ਹੋਇਆ ਇਹਨੂੰ ਅਸੀਂ ਇੱਕ ਖੁਸ਼ੀ ਇੱਥੋਂ ਇਕੱਠਾ ਕਰਕੇ इन्हों दे सुपुर्द कर देवांगे। जी हाँ जी, जो अभी हमारे पास NHI से कोई नोटिफिकेशन तो आया नहीं, लेकिन जैसे न्यूज़ वगैरह से पता लगा है और अब जो अपने फार्मर्स लोग बैठे हैं उनसे पता लगा है, तो हम अपनी अपडेशन कर रहे हैं, सिस्टम अपने मैनेज कर रहे हैं। जी बिल्कुल, जिथे किसान अंदोलन समाप्त होने तो बाद किसानों के वल्लों खुशी मनाई जा रही है, उत्थे ही हुण पंजाब दे टोल प्लाजे खाली करना भी किते न किते टोल प्लाजा कंपनियों के लिए भी बहुत सुखद और राहत देने वाली खबर है। एक साल तो मोगा टोल ते बैठे किसान भी अपनी जित तो खुश ने ਅਤੇ टोल अधिकारियों ਨੂੰ सौंपण ਦੀ ਤਿਆਰੀ ਹੈ। ਅਸੀਂ ਇਸ ਟਾਈਮ ਮੌਜੂਦ ਹਾਂ ਮੋਗਾ ਦੇ ਟੋਲ ਪਲਾਜ਼ਾ ਦੇ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕਿਸਾਨ ਇੱਥੇ ਬੈਠੇ ਸੀ ਧਰਨੇ ਤੇ ਖੇਤੀ ਕਾਨੂੰਨ ਵਾਪਸ ਕਰਾਉਣ ਲਈ, ਔਰ ਹੁਣ ਇਹ ਵਾਪਸ ਘਰਾਂ ਨੂੰ ਜਾਣਗੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਸੜਕਾਂ ਤੇ ਇਹਨਾਂ ਟੋਲ ਪਲਾਜ਼ਿਆਂ ਤੇ ਬੈਠੇ ਹੋਏ ਸੀ। ਜੰਗ ਜਿੱਤੀ ਹੈ ਪਰ ਇੰਨੀ ਸੌਖੀ ਨਹੀਂ ਜਿੱਤੀ, ਕਈ ਸੈਂਕੜੇ ਜਾਨਾਂ ਗਵਾ ਕੇ ਜੰਗ ਜਿੱਤੀ ਹੈ। ਇਹ ਖੁਸ਼ੀ ਹੈ ਕਿਉਂਕਿ ਜੰਗ ਜਿੱਤੀ ਹੈ। ਜਿੱਥੇ ਰਹੀ ਗੱਲ ਅੰਦੋਲਨ ਸੰਘਰਸ਼ ਕਰਿਆ, ਜਦੋਂ ਵੀ ਕੋਈ ਜੰਗ ਲੜਦੇ ਆ, ਸੰਘਰਸ਼ ਕਰਦੇ ਆ, ਅੰਦੋਲਨ ਲੜਦੇ ਆ ਤਾਂ ਉਹਦੇ ਵਿੱਚ ਸ਼ਹਾਦਤਾਂ ਹੁੰਦੀਆਂ ਨੇ। ਉਹ ਜਿਹੜੇ ਸਾਡੇ ਵੀਰ ਸ਼ਹਾਦਤਾਂ ਦੇ ਕੇ ਗਏ ਨੇ ਉਹਨਾਂ ਤੇ ਸਾਨੂੰ ਬਹੁਤ ਵੱਡਾ ਮਾਣ ਹੈ। ਜਿਹੜਾ ਸੰਘਰਸ਼ ਹੈ ਇਹਨੇ ਸਾਨੂੰ ਬਹੁਤ ਕੱਲਾ ਕਾਨੂੰਨ ਦੀ ਗੱਲ ਨਹੀਂ, ਇਹਨੇ ਸਾਡੀ ਜ਼ਿੰਦਗੀ ਬਦਲਤੀ। ਜਿਹੜਾ ਅਸੀਂ 70 ਸਾਲ ਚ ਉਮਰ ਚ ਆਪਦੇ ਸਿੱਖ ਨਹੀਂ ਸਕੇ ਸੀ, ਸਾਨੂੰ 1 ਸਾਲ ਚ ਸਿਖਾਤਾ ਹੈ। ਆਹ ਪਲਾਜੇ ਤੇ ਅਸੀਂ ਵਹਿੰਦੇ ਰਹੇ ਹਾਂ, ਜੇ ਮਾੜੀ ਮੋਟੀ ਢਿੱਲ ਮੱਠ ਆਉਂਦੀ ਸੀ ਇੱਥੇ ਲਲਕਾਰ ਕੇ ਸਟੇਜ ਤੋਂ ਕਹਿੰਦੇ ਸੀ ਜੇ ਵੀ ਉਹ ਤੁਸੀਂ ਆ ਨਹੀਂ ਸਕਦੇ ਅਸੀਂ ਆਵਾਂਗੇ। ਕਿਸਾਨੀ ਅੰਦੋਲਨ ਦੇ ਦੌਰਾਨ ਟੋਲ ਬੰਦ ਹੋਣ ਕਰਕੇ ਪੰਜਾਬ, ਹਰਿਆਣਾ, ਰਾਜਸਥਾਨ ਤੋਂ 2731 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਟੋਲ ਬੰਦ ਹੋਣ ਨਾਲ ਨੁਕਸਾਨ ਦਾ ਬਿਊਰਾ ਦਿੰਦੇ ਹੋਏ ਦੱਸਿਆ ਕਿ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਵਿੱਚ 60 ਤੋਂ 65 ਟੋਲ ਪਲਾਜ਼ਾ ਤੇ ਕਿਸਾਨ ਅੰਦੋਲਨ ਦਾ ਅਸਰ ਵੇਖਣ ਨੂੰ ਮਿਲਿਆ ਸੀ। ਅੰਮ੍ਰਿਤਸਰ ਤੋਂ ਅਮਿਤ ਸ਼ਰਮਾ, ਰੋਪੜ ਤੋਂ ਅਵਤਾਰ ਕੰਬੋਜ, ਮੋਗਾ ਤੋਂ ਦੀਪਕ ਸਿੰਗਲਾ ਦੇ ਨਾਲ ਬਿਊਰੋ ਰਿਪੋਰਟ, ਨਿਊਜ਼ 18। ਤਾਂ ਕਿਸਾਨ ਅੰਦੋਲਨ ਸਮਾਪਤੀ ਦੇ ਵੱਲ ਵਧਿਆ ਤੇ ਹੁਣ ਸ਼ਨੀਵਾਰ ਨੂੰ ਵਾਪਸੀ ਘਰ ਨੂੰ ਹੋਵੇਗੀ। ਕਿਸਾਨ ਆਗੂਆਂ ਦੀ ਤਿਆਰੀਆਂ ਖੂਬ ਕੀਤੀਆਂ ਜਾ ਰਹੀਆਂ ਨੇ। ਫਿਲਹਾਲ ਇਸ ਖਾਸ ਪੇਸ਼ਕਸ਼ ਦੇ ਵਿੱਚ ਨਹੀਂ, ਇਜਾਜ਼ਤ ਦਿਓ, ਧੰਨਵਾਦ।